ਉਹ ਇਸ ਤਰ੍ਹਾਂ ਕਿ ਜਦੋਂ ਬਰਾਤ ਦਾ ਮਸਲਾ ਹੁੰਦਾ ਹੈ ਜਾਂ ਸ਼ਾਦੀ ਦਾ ਖੁਸ਼ੀ ਦਾ ਵਕਤ ਹੁੰਦਾ ਹੈ, ਭੈਣਾਂ ਭਰਾਵਾਂ ਨਾਲ ਬਾਤਚੀਤ ਕੀਤੀ ਜਾਂਦੀ ਹੈ, ਲੰਬੜਦਾਰ ਨੂੰ ਬਹਾ ਕੇ ਬਾਤਚੀਤ ਕੀਤੀ ਜਾਂਦੀ ਹੈ ਕਿ ਇਹ ਬੰਦਾ ਮਾੜਾ ਹੈਗਾ, ਇਹਦੀ ਹੈਲਪ ਕਰੋ। ਕੋਈ 2000 ਦਿੰਦਾ, ਕੋਈ 5000 ਦਿੰਦਾ, ਕੋਈ 10000 ਦਿੰਦਾ, ਜਿੰਨੀ ਕਿਸੇ ਨੂੰ ਤਕਲੀਫ ਤਫੀਕ ਹੋਵੇ ਉਤਨੀ ਦੇ ਕੇ ਅਤੇ ਉਸ ਦਾ ਬੱਚੀ ਦਾ ਅਸੀਂ ਸਾਡੇ ਬਰਾਦਰੀ ਦੇ ਵਿੱਚ ਪੱਖੀਵਾਸਾਂ ਦੇ ਵਿੱਚ ਇੱਕ ਨੰਬਰਦਾਰ ਚੁਣਿਆ ਜਾਂਦਾ, ਜਿਹਦੇ ਵਿੱਚ ਸਾਡਾ ਯਾਨੀ ਕਿ ਫੈਸਲਾ ਜਿਹੜਾ ਹੈ ਬਾਹਰ ਨਹੀਂ ਜਾਂਦਾ ਹੈਗਾ, ਯਾਨੀ ਕਿ ਥਾਣੇ 'ਚ ਜਾਂ ਕੋਈ ਕਿਸੇ ਪਾਸੇ ਨਹੀਂ ਜਾ ਸਕਦਾ। ਜਿਹੜਾ ਅਸੀਂ ਫੈਸਲਾ ਆਪਣੀ ਪੰਚਾਇਤ ਦੇ ਵਿੱਚ ਬਹਿ ਕੇ ਕਰਨਾ ਹੈਗਾ ਉਹ ਸਭ ਨੂੰ ਮਨਜ਼ੂਰ ਹੈਗਾ। ਕਦੀ ਅਸੀਂ ਥਾਣੇ ਨਹੀਂ ਗਏ, ਕਿਸੇ ਪਾਸੇ ਨਹੀਂ ਗਏ, ਅਸੀਂ ਜੋ ਫੈਸਲਾ ਕਰ ਦਈਏ ਉਹ ਇਹਨਾਂ ਨੂੰ ਸਾਰਿਆਂ ਨੂੰ ਮਨਜ਼ੂਰ ਹੁੰਦਾ। ਅਗਰ ਜਿਹੜਾ ਕੋਈ ਨਾ ਮੰਨੇ ਉਹਨੂੰ ਫਿਰ ਅਸੀਂ ਸਾਰੀ ਬਰਾਦਰੀ ਜਿਹੜੀ ਹੈਗੀ ਹੈ ਝੂਠਿਆਂ ਕਰ ਦਿੰਦੇ ਹਾਂ ਵੀ ਤੈਨੂੰ ਨੰਬਰਦਾਰ ਨੇ ਆਖਿਆ, ਤੂੰ ਮੰਨਦਾ ਕਿਉਂ ਨਹੀਂ ਗੱਲ, ਤੂੰ ਝੂਠਾ ਹੈਗਾ। अस्सलाम वालेकुम नाज़रीन, मैं आपका मेज़बान मुदस्सर अली और आप देख रहे हैं राज टीवी। नाज़रीन, आप लोगों ने अक्सर नंबरदार के बारे में सुना होगा कि फ़लाँ गांव का फ़लाँ देहात का जो फैसले हैं वो नंबरदार करवाता है। नंबरदार बिलाशक ये जो सीट है ये आमतौर पर गांव या देहात या कस्बों में होती है जो कि लोगों को फैसला करवाते हैं। लेकिन आज जिस नंबरदार से मैं आपकी मुलाकात करवाने जा रहा हूँ वो ना किसी गाँव का है, ना किसी देहात का, ना किसी कस्बे का, बल्कि एक पक्षी आवाज़ जो होते हैं इनमें नंबरदारी का कंसेप्ट भी पाया जाता है। और ये चीज़ मुझे बड़ी एक अच्छी भी लगी और एक अजीब लगी। एक इंटरेस्टिंग फैक्ट है कि इन लोगों में भी नंबरदारी का फैक्ट पाया जाता है और इन लोगों के यहाँ भी नंबरदार होता है जो कि इन लोगों के फैसला करवाता है। इनके किस किस्म के फैसले होते हैं या इनमें ऐसे कौन से लड़ाई झगड़े होते हैं ये भी आपसे डिस्कस करेंगे और इन लोगों का रवायत, कल्चर, रस्म व रिवाज हर चीज़ आपसे शेयर की जाएगी और ये भी बताया जाएगा कि आया इन लोगों पर भी हुकूमत का जो बदलाव होता है, नए नए जो पार्लियामेंट्स में मेंबर्स आते हैं उनका भी असर इन लोगों पे होता है या इन लोगों की ज़िंदगियाँ हमारी ज़िंदगियों से थोड़ी सी हट के हैं। इनकी रवायात क्या है, इनकी रस्म व रिवाज क्या है, इनकी शादी ब्याह में क्या ख़र्चा होता है, इनकी औरतें क्या काम करती हैं, ये इनके मर्द हजरात किस तरह के काम करते हैं, ये आज की वीडियो में आप देखिएगा। और अगर आपको ये वीडियो बहुत अच्छी लगे तो इसे शेयर भी कर दीजिएगा। मैं आपका टाइम ज़ाया नहीं करूँगा क्योंकि मैं मुझे बड़ा एक बेचैनी हो रही है कि उनसे बात करूँ, उन सब चीज़ों के बारे में आपको क्लियरफाई करूँ कि आया इनकी ज़िंदगियाँ हम लोगों की ज़िंदगियों से कैसी हैं। अस्सलाम वालेकुम जी। वालेकुम बिस्मिल्लाह। ਕੀ ਹਾਲ ਚਾਲ ਹੈ ਜੀ? ਅੱਲਾ ਦਾ ਕਰਮ। ਤੁਸੀਂ ਮੈਨੂੰ ਦੱਸੋ ਕਿ ਨੰਬਰਦਾਰੀ ਦਾ ਕਨਸੈਪਟ ਤੁਹਾਡੇ ਦੇ ਵਿੱਚ ਕੀ ਹੈ, ਸਾਡੀ ਜ਼ਿੰਦਗੀਆਂ ਤੋਂ ਮੁxtਲਿਫ ਕਿੰਨਾ ਹੈ? ਸਾਡੇ ਬਰਾਦਰੀ ਦੇ ਵਿੱਚ ਪੱਖੀਵਾਸਾਂ ਦੇ ਵਿੱਚ ਇੱਕ ਨੰਬਰਦਾਰ ਚੁਣਿਆ ਜਾਂਦਾ, ਜਿਹਦੇ ਵਿੱਚ ਸਾਡਾ ਯਾਨੀ ਕਿ ਫੈਸਲਾ ਜਿਹੜਾ ਹੈ ਬਾਹਰ ਨਹੀਂ ਜਾਂਦਾ ਹੈਗਾ, ਯਾਨੀ ਕਿ ਥਾਣੇ 'ਚ ਜਾਂ ਕੋਈ ਕਿਸੇ ਪਾਸੇ ਨਹੀਂ ਜਾ ਸਕਦਾ। ਜਿਹੜਾ ਅਸੀਂ ਫੈਸਲਾ ਆਪਣੀ ਪੰਚਾਇਤ ਦੇ ਵਿੱਚ ਬਹਿ ਕੇ ਕਰਨਾ ਹੈਗਾ ਉਹ ਸਭ ਨੂੰ ਮਨਜ਼ੂਰ ਹੈਗਾ। ਕਦੀ ਅਸੀਂ ਥਾਣੇ ਨਹੀਂ ਗਏ, ਕਿਸੇ ਪਾਸੇ ਨਹੀਂ ਗਏ, ਅਸੀਂ ਜੋ ਫੈਸਲਾ ਹੁੰਦਾ ਆਪਣੇ ਘਰ 'ਚ ਮੁਕਾ। ਅੱਛਾ, ਇਹ ਦੱਸੋ ਇਹ ਨੰਬਰਦਾਰ ਚੁਣਨ ਲਈ ਕੋਈ ਵੋਟਿੰਗ ਹੁੰਦੀ ਹੈ? ਕਿਸ ਤਰ੍ਹਾਂ ਨੰਬਰਦਾਰ ਚੁਣਦੇ ਹੋ? ਉਹ ਵੋਟਿੰਗ ਸਾਡੇ 'ਚ ਕੋਈ ਨਹੀਂ ਪਾਉਂਦੇ, ਲੇਕਿਨ ਗੱਲ ਇਹ ਕਿ ਇੱਕ ਬੰਦੇ ਨੂੰ ਚੁਣਿਆ ਜਾਂਦਾ ਹੈਗਾ ਫੈਸਲੇ ਮੁਕਾਉਣ ਵਾਲਾ ਬੰਦਾ ਕਿ ਇਹ ਅੱਛੀ ਗੱਲ ਕਰਦਾ, ਅੱਛੀ ਬਾਤ ਕਰਦਾ, ਇਹ ਫੈਸਲਾ ਅੱਛਾ ਕਰਦਾ ਹੈ ਕਿ ਇਸ ਕੋ ਯਾਨੀ ਕਿ ਸੁਲਝਿਆ ਹੋਇਆ ਨੰਬਰਦਾਰ ਤੁਹਾਡੇ 'ਚ ਵੀ ਚੁਣਿਆ ਜਾਂਦਾ ਹੈ। ਤੇ ਇਹ ਇਸ ਟਾਈਮ ਮੌਜੂਦਾ ਨੰਬਰਦਾਰ ਤੁਸੀਂ ਹੋ? ਹਾਂਜੀ ਅਸੀਂ ਹਾਂ। ਅੱਛਾ, ਇਹਨਾਂ ਦੇ ਵਿੱਚ ਜਿੰਨੇ ਵੀ ਘਰ ਮੌਜੂਦ ਨੇ ਇਹਨਾਂ 'ਚ ਕਿਸ ਕਿਸਮ ਦੀ ਲੜਾਈ ਹੁੰਦੀ ਹੈ ਤੇ ਆਇਆ ਉਹਨਾਂ ਦਾ ਫੈਸਲਾ ਕੀ ਹੁੰਦਾ ਹੈ ਤੇ ਅਗਰ ਕੋਈ ਤੁਹਾਡੇ ਫੈਸਲੇ 'ਤੇ ਅਮਲ ਨਾ ਕਰੇ ਤਾਂ ਫਿਰ ਤੁਸੀਂ ਕੀ ਕਰਦੇ ਹੋ? ਉਹ ਫੈਸਲੇ ਹੁੰਦੇ ਜੀ, ਕਿਸੇ ਦਾ ਕੋਈ ਪੈਸੇ ਦਾ ਮਸਲਾ ਹੋ ਗਿਆ ਜਾਂ ਕਿਸੇ ਦੀ ਕੋਈ ਐਸਾ ਲੜਾਈ ਹੋ ਪਈ ਹੈ, ਉਹ ਅਸੀਂ ਫੈਸਲਾ ਬਾਹਰ ਨਹੀਂ ਖੜਦੇ, ਅਸੀਂ ਫੈਸਲਾ ਘਰ ਹੀ ਕਰਨੇ ਆ। ਤੇ ਜੋ ਫੈਸਲਾ ਕਰ ਦਈਏ ਉਹ ਇਹਨਾਂ ਨੂੰ ਸਾਰਿਆਂ ਨੂੰ ਮਨਜ਼ੂਰ ਹੁੰਦਾ। ਅਗਰ ਜਿਹੜਾ ਕੋਈ ਨਾ ਮੰਨੇ ਉਹਨੂੰ ਫਿਰ ਅਸੀਂ ਸਾਰੀ ਬਰਾਦਰੀ ਜਿਹੜੀ ਹੈਗੀ ਹੈ ਝੂਠਿਆਂ ਕਰ ਦਿੰਦੇ ਹਾਂ ਵੀ ਤੈਨੂੰ ਨੰਬਰਦਾਰ ਨੇ ਆਖਿਆ, ਤੂੰ ਮੰਨਦਾ ਕਿਉਂ ਨਹੀਂ ਗੱਲ, ਤੂੰ ਝੂਠਾ ਹੈਗਾ। ਉਹਨੂੰ ਕੱਢਦੇ ਨਹੀਂ ਵੀ ਜ਼ਿਲ੍ਹਾ ਵਤਨ ਕਰ ਦੋ? नहीं, जिला वतन नहीं करते, लेकिन उन्होंने मना लेते हैं कि ये तुम्हें आपको मानना चाहिए, मानना चाहिए कि जो फैसला पंचायत ने कर दिया, जो नंबरदार ने कर दिया है वो आपको मानना होगा। जी, जैसे कि मैंने आपको बताया कि इन लोगों में नंबरदारी का कंसेप्ट होता है और ये लोग नंबरदार के फैसलों के मुताबिक ही चलते हैं जिस तरह हमारी ज़िंदगियां होती हैं बिल्कुल वैसे ही। अच्छा, मुझे ये बताएं कि आप लोगों में शादी जो ब्याह होता है इसका कंसेप्ट क्या है, ये किस तरह आप सारे मैनेजमेंट करते हैं? ਉਹ ਇਸ ਤਰ੍ਹਾਂ ਕਿ ਜਦੋਂ ਬਰਾਤ ਦਾ ਮਸਲਾ ਹੁੰਦਾ ਹੈ ਜਾਂ ਸ਼ਾਦੀ ਦਾ ਖੁਸ਼ੀ ਦਾ ਵਕਤ ਹੁੰਦਾ ਹੈ, ਭੈਣਾਂ ਭਰਾਵਾਂ ਨਾਲ ਬਾਤਚੀਤ ਕੀਤੀ ਜਾਂਦੀ ਹੈ, ਲੰਬੜਦਾਰ ਨੂੰ ਬਹਾ ਕੇ ਬਾਤਚੀਤ ਕੀਤੀ ਜਾਂਦੀ ਹੈ ਕਿ ਇਹ ਬੰਦਾ ਮਾੜਾ ਹੈਗਾ, ਇਹਦੀ ਹੈਲਪ ਕਰੋ।
ਕੋਈ 2000 ਦਿੰਦਾ, ਕੋਈ 5000 ਦਿੰਦਾ, ਕੋਈ 10000 ਦਿੰਦਾ, ਜਿੰਨੀ ਕਿਸੇ ਨੂੰ ਤਕਲੀਫ ਤਫੀਕ ਹੋਵੇ ਉਤਨੀ ਦੇ ਕੇ ਤੇ ਉਸ ਦਾ ਬੱਚੀ ਦਾ ਅਸੀਂ ਤੇ ਇਹ ਬਰਾਤ ਜਦੋਂ ਤੁਹਾਡੀ ਜਾਂਦੀ ਹੈ, ਲੈ ਕੇ ਜਾਂਦੇ ਹੋ ਤੁਸੀਂ ਬਰਾਤ, ਆਇਆ ਕਿਸੇ ਤੁਰ ਕੇ ਹੀ ਜਾਂਦੇ ਹੋ ਜਾਂ ਲਾਗੇ ਤਾਗੇ, ਜਾਂ ਕਿਸ ਤਰ੍ਹਾਂ ਕਰਦੇ ਹੋ ਬਰਾਤ ਦਾ ਇੰਤਜ਼ਾਮ ਕਿਸ ਤਰ੍ਹਾਂ? ਬਰਾਤ ਦਾ ਇਸ ਤਰ੍ਹਾਂ ਕਿ ਜੇ ਅਗਰ ਆਰਫ ਦੇ ਵਿੱਚ ਬੱਚੀ ਵਿਆਹੀ ਹੈ, ਉਹਨਾਂ ਨੇ ਜਿਹੜਾ ਆਉਣਾ ਬੱਸ ਤੇ ਆ ਗਏ ਜਾਂ ਗੱਡੀਆਂ ਤੇ ਆ ਗਏ, ਉਹ ਅਸੀਂ ਯਾਨੀ ਕਿ ਤੰਬੂ ਲਗਾ ਕੇ ਉਹ ਦੇਗਾ ਪਕਾ ਕੇ ਤੇ ਉਹਨੂੰ ਵਿਦਿਆ ਕਰ ਦਿੱਤਾ, ਸਾਰੀ ਬਰਾਦਰੀ ਰਲ ਕੇ ਨਾਲ ਹੀ। ਅੱਛਾ ਇਹ ਦੱਸੋ ਕਿ ਅੱਜ ਕੱਲ੍ਹ ਹਕੂਮਤ ਜਿਹੜੀ ਹੈ ਕਦੀ ਬਦਲ ਰਹੀ ਹੈ, ਕਦੀ ਕੁਛ ਹੋ ਰਿਹਾ ਹੈ, ਬੜੇ ਮੁਲਕ ਦੇ ਹਾਲਾਤ ਡਾਊਨ ਜਾ ਰਹੇ ਨੇ, ਇਹਨਾਂ ਹਾਲਾਤਾਂ ਦਾ ਤੁਹਾਡੀਆਂ ਜ਼ਿੰਦਗੀਆਂ ਤੇ ਕਿੰਨਾ ਅਸਰ ਹੋ ਰਿਹਾ? ਇਹ ਜਿਹੜੀ ਹਕੂਮਤ ਜਾ ਰਹੀ ਹੈ ਨਾ ਇਮਰਾਨ ਖਾਨ ਦੀ, ਇਹਦੇ ਵਿੱਚ ਸਾਡੇ ਹਾਲਾਤ ਜਿਹੜੇ ਬਹੁਤ ਮਾੜੇ ਜਾ ਰਹੇ ਨੇ। ਸਾਡਾ ਆਮਦਨ ਕੋਈ ਨਹੀਂ ਹੈਗੀ, ਅਸੀਂ ਇਹਨਾਂ ਮਹੱਲਿਆਂ 'ਚੋਂ ਰੂੜੀਆਂ ਤੋਂ ਗੱਤਾ ਚੱਕੀਦਾ, ਚੱਕ ਕੇ ਉਹਨੂੰ ਵੇਚੀਦਾ, ਬੱਚਿਆਂ ਦਾ ਗੁਜ਼ਾਰਾ ਕਰੀਦਾ, ਤੇ ਆਟਾ ਹਰ ਸ਼ੈ ਮਹਿੰਗੀ ਹੋਈ ਪਈ ਹੈ। ਕੋਈ ਹਾਲਾਤ ਨਹੀਂ ਸਾਡੇ ਇਸ ਹਕੂਮਤ ਦੇ ਵਿੱਚ।